ਹੈਲੋ, ਮੈਂ ਜਸਪ੍ਰੀਤ ਕੌਰ, ਕਾਉਂਸਲਰ ਐਟ ਡਾਕਟਰ ਅੰਜੂ ਕਲੀਨਿਕ। ਅੱਜ ਆਪਾਂ ਗੱਲ ਕਰਾਂਗੇ ਕਿ ਜਿੱਦਾਂ ਬਾਂਝਪਨ ਦੀ ਪ੍ਰੋਬਲਮਸ ਵੱਧ ਰਹੀਆਂ ਨੇ ਤੇ ਆਪਾਂ ਇਹਨਾਂ ਦਾ ਸੋਲਿਊਸ਼ਨ ਤੇ ਇਹਨਾਂ ਦੇ ਪਿੱਛੇ ਕੀ ਕਾਰਨ ਹੁੰਦੇ ਹਨ ਉਹਨਾਂ ਬਾਰੇ ਜਾਣਕਾਰੀ ਡਾਕਟਰ ਅੰਜੂ ਗਰਗ ਤੋਂ ਲੈ ਰਹੇ ਹਾਂ। ਹਾਂਜੀ, हेलो जसप्रीत। तो मैम हाँ जी, पूछो की पूछना चाहते हो। ਸਭ ਤੋਂ ਪਹਿਲਾਂ ਮੈਮ ਇਹ ਦੱਸੋ ਕਿ ਇਹ ਇਨਫਰਟੀਲਿਟੀ ਹੁੰਦੀ ਕੀ ਹੈ? ਦੇਖੋ, ਇਨਫਰਟੀਲਿਟੀ ਨੂੰ ਅਸੀਂ ਕਾਮਨ ਲੈਂਗੁਏਜ ਵਿੱਚ ਬਾਂਝਪਨ ਵੀ ਕਹਿੰਦੇ ਹਾਂ। ਤਾਂ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇੱਕ ਕਪਲ ਨੂੰ ਕਦੋਂ ਡਾਕਟਰ ਦੀ ਹੈਲਪ ਸੀਕ ਕਰਨੀ ਚਾਹੀਦੀ ਹੈ। ਕੋਈ ਵੀ ਕਪਲ ਜਿਸ ਵਿੱਚ ਫੀਮੇਲ ਦੀ ਉਮਰ 30 ਸਾਲ ਤੋਂ ਘੱਟ ਹੈ ਤੇ ਉਹ ਕਪਲ ਪਿਛਲੇ 1 ਸਾਲ ਤੋਂ ਕੰਟੀਨਿਊਸਲੀ ਕਨਸੀਵ ਕਰਨ ਲਈ ਟਰਾਈ ਕਰ ਰਹੇ ਹਨ, ਪ੍ਰੈਗਨੈਂਸੀ ਲਈ ਕੋਸ਼ਿਸ਼ ਕਰ ਰਹੇ ਹਨ, ਬਟ ਉਹ ਕਨਸੀਵ ਨਹੀਂ ਕਰ ਪਾ ਰਹੇ। ਔਰ ਕੋਈ ਵੀ ਪੇਸ਼ੈਂਟ ਕੋਈ ਵੀ ਕਪਲ ਜਿਸ ਵਿੱਚ ਫੀਮੇਲ ਦੀ ਉਮਰ 30 ਸਾਲ ਤੋਂ ਜ਼ਿਆਦਾ ਹੈ, ਉਸ ਵਿੱਚ ਉਹ 6 ਮਹੀਨੇ ਤੋਂ ਅਗਰ ਕੋਸ਼ਿਸ਼ ਕਰ ਰਹੇ ਹਨ ਪ੍ਰੈਗਨੈਂਸੀ ਲਈ, ਪਰ ਉਹ ਨਹੀਂ ਹੋ ਰਹੀ, ਤਾਂ ਆਪਾਂ ਇਨਫਰਟੀਲਿਟੀ ਦੇ ਟ੍ਰੀਟਮੈਂਟ ਲਈ ਇੱਕ ਸੂਟੇਬਲ ਕਪਲ ਹਾਂ ਅਤੇ ਬਿਨਾਂ ਦੇਰ ਕੀਤੇ ਤੁਹਾਨੂੰ ਆਪਣੇ ਫਰਟੀਲਿਟੀ ਸਪੈਸ਼ਲਿਸਟ ਨੂੰ ਮਿਲਣਾ ਚਾਹੀਦਾ ਹੈ। ਜੋ ਬਾਂਝਪਨ ਹੈ ਇਹਦੇ ਕਾਰਨ ਕੀ ਹੋ ਸਕਦੇ ਹਨ? ਜੋ ਬਾਂਝਪਨ ਦੇ ਮਲਟੀਪਲ ਕਾਰਨ ਹੋ ਸਕਦੇ ਹਨ, ਕਿਉਂਕਿ ਇਸ ਵਿੱਚ ਮੇਲ ਔਰ ਫੀਮੇਲ ਫੈਕਟਰਸ ਦੋਨੋਂ ਹੀ ਇਨਵੋਲਵ ਹੁੰਦੇ ਹਨ। ਜੇ ਆਪਾਂ ਮੇਲ ਫੈਕਟਰਸ ਦੀ ਗੱਲ ਕਰੀਏ ਤਾਂ ਜੋ ਸੀਮਨ ਕੁਆਲਿਟੀ ਹੈ, ਦੈਟ ਇਜ਼ ਦ ਮੇਨ ਪੋਜ਼ਿਟਿਵ ਫੈਕਟਰ ਆਫ ਇਨਫਰਟੀਲਿਟੀ। ਸੀਮਨ ਵਿੱਚ ਜੋ ਸਪਰਮਸ ਹੈ ਉਹਨਾਂ ਦੀ ਕੁਆਂਟੀਟੀ ਕਿੰਨੀ ਹੈ, ਕਿਉਂਕਿ ਐਡਿਕੁਏਟ ਕੁਆਂਟੀਟੀ ਵਿੱਚ ਜੇ ਸਪਰਮਸ ਹੋਣਗੇ ਤਾਂ ਹੀ ਪ੍ਰੈਗਨੈਂਸੀ ਹੋ ਸਕਦੀ ਹੈ। ਜੇ ਕੁਆਂਟੀਟੀ ਘੱਟ ਹੁੰਦੀ ਹੈ ਜਾਂ ਫਿਰ ਉਹਨਾਂ ਦੀ ਜੋ ਮੋਟਿਲਿਟੀ ਹੈ, ਮੂਵ ਕਰਨ ਦੀ क्षमता ਜੋ ਹੁੰਦੀ ਹੈ ਉਹ ਘੱਟ ਹੋਵੇ ਜਾਂ ਉਹ ਮੂਵ ਨਹੀਂ ਕਰਦੇ, ਜਾਂ ਫਿਰ ਕੁਝ ਇੱਦਾਂ ਦੇ ਫੈਕਟਰਸ ਹੁੰਦੇ ਹਨ ਜੋ ਸਪਰਮਸ ਨੂੰ ਮੋਟਾਈਲ ਨਹੀਂ ਹੋਣ ਦਿੰਦੇ, ਜਾਂ ਫਿਰ ਜੋ ਮੇਲ ਦੀ ਡਕਟ ਦਾ ਕੋਈ ਬਲੌਕੇਜ ਹੈ ਜਿਸ ਕਰਕੇ ਜੋ ਸੀਮਨ ਵਿੱਚ ਸਪਰਮ ਦੀ ਕੁਆਂਟਿਟੀ ਹੈ ਉਹ ਜ਼ੀਰੋ ਹੋ ਜਾਂਦੀ ਹੈ। ਔਰ ਇਸ ਤਰ੍ਹਾਂ ਕਈ ਹਾਰਮੋਨਲ ਫੈਕਟਰਸ ਵੀ ਹੁੰਦੇ ਹਨ ਜੋ ਕਿ ਸੀਮਨ ਦੀ ਕੁਆਲਿਟੀ ਨੂੰ ਅਫੈਕਟ ਕਰਦੇ ਹਨ। ਸੈਕੰਡਲੀ ਹੈਗੇ ਫੀਮੇਲ ਫੈਕਟਰਸ। ਫੀਮੇਲ ਫੈਕਟਰ ਜੋ as we all know कि female reproductive organs which uterus, ovaries, fallopian tubes और cervix ਇਹ ਸਭ ਇਨਵੋਲਵ ਹੁੰਦੇ ਹਨ। ਸੋ ਜੇ ਇਸ ਪੈਸੇਜ ਵਿੱਚ ਕਿਤੇ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਹ ਇਨਫਰਟੀਲਿਟੀ ਦਾ ਕਾਰਨ ਬਣਦਾ ਹੈ। ਔਰ ਅਗਰ ਆਪਾਂ ਡਿਟੇਲ ਵਿੱਚ ਗੱਲ ਕਰੀਏ ਤਾਂ ਜੋ ਅੱਜ ਕੱਲ੍ਹ ਮੋਸਟ ਕਾਮਨ ਕਾਜ਼ ਆਫ ਇਨਫਰਟੀਲਿਟੀ ਹੈਗਾ ਉਹ ਹੈਗਾ PCOS। PCOS ਵਿੱਚ ਕੀ ਹੁੰਦਾ ਹੈ ਕਿ ਜੋ ਮੰਥਲੀ ਜੋ ਅੰਡਾ ਬਣਨਾ ਹੁੰਦਾ, ਜਿਸ ਨੂੰ ਓਵੂਲੇਸ਼ਨ ਦਾ ਪ੍ਰੋਸੈਸ ਆਪਾਂ ਬੋਲਦੇ ਹਾਂ, ਉਹ ਨਹੀਂ ਹੁੰਦਾ ਤੇ ਜਿਸ ਕਰਕੇ ਪ੍ਰੈਗਨੈਂਸੀ ਨਹੀਂ ਹੁੰਦੀ। ਔਰ ਜਾਂ ਓਵਰੀਜ਼ ਵਿੱਚ ਇੱਕ ਹੋਰ ਪ੍ਰੋਬਲਮ, ਕੋਈ ਖੂਨ ਦੀ ਗੰਢ ਬਣ ਜਾਏ, ਐਂਡੋਮੀਟ੍ਰੀਓਸਿਸ ਜਿਸ ਨੂੰ ਅਸੀਂ ਬੋਲਦੇ ਹਾਂ, ਜਾਂ ਫਿਰ ਓਵਰੀਜ਼ ਵਿੱਚ ਫੋਲੀਕਲ ਘੱਟ ਹਨ। ਜਦੋਂ ਏਜ ਜ਼ਿਆਦਾ ਹੋ ਜਾਂਦੀ ਹੈ ਤਾਂ ਜੋ ਫੀਮੇਲ ਜੋ ਓਵਰੀਜ਼ ਵਿੱਚ ਜਿਹੜੇ ਨੰਬਰ ਆਫ ਫੋਲੀਕਲਸ ਹੈ ਬਹੁਤ ਲਿਮਿਟਿਡ ਹੁੰਦੇ ਹਨ, ਬਰਥ 'ਤੇ ਸਭ ਤੋਂ ਜ਼ਿਆਦਾ ਹੁੰਦੇ ਹਨ। ਜਿੱਦਾਂ ਏਜ ਵੱਧਦੀ ਜਾਂਦੀ ਉਹ ਘਟਦੇ ਜਾਂਦੇ ਹਨ। ਜਦੋਂ ਇੱਕ ਫੀਮੇਲ ਨੂੰ ਮੈਨਸਟ੍ਰੂਏਸ਼ਨ ਸ਼ੁਰੂ ਹੁੰਦੀ ਹੈ ਤਾਂ ਮਿਲੀਅਨਸ ਤੋਂ ਹਜ਼ਾਰਾਂ ਵਿੱਚ ਰਹਿ ਜਾਂਦੇ ਹਨ, ਔਰ ਹਰ ਸਾਈਕਲ ਵਿੱਚ ਹਜ਼ਾਰਾਂ ਅੰਡੇ ਜਿਹੜੇ ਹੁੰਦੇ ਆ ਉਹ ਖਤਮ ਹੋ ਜਾਂਦੇ ਹਨ। ਬਾਏ ਦ ਏਜ ਆਫ 30 ਉਸਦੇ ਜੋ ਡਿਕਲਾਈਨ ਹੈ ਬਹੁਤ ਰੈਪਿਡ ਹੋ ਜਾਂਦਾ ਹੈ। ਜੇ ਅੰਡੇ ਘੱਟ ਹੋਣ ਫਿਰ ਵੀ ਇਨਫਰਟੀਲਿਟੀ ਦੀ ਸਮੱਸਿਆ ਆ ਜਾਂਦੀ ਹੈ। ਦੂਸਰਾ ਹੈ ਟਿਊਬ। ਜੇ ਟਿਊਬ ਵਿੱਚ ਕਿਸੇ ਵੀ ਕਾਰਨ ਕੋਈ ਬਲੌਕੇਜ ਹੈ, ਇਨਫੈਕਸ਼ਨ ਕਰਕੇ ਹੈ, ਟਿਊਬਰਕਲੋਸਿਸ ਹੈ, ਵਟਐਵਰ ਰੀਜ਼ਨ ਇਟ ਇਜ਼, ਫਿਰ ਪ੍ਰੈਗਨੈਂਸੀ ਨਹੀਂ ਹੋ ਸਕਦੀ। ਫਿਰ ਹੈ ਯੂਟਰਸ। ਯੂਟਰਸ ਦੀ ਲਾਈਨਿੰਗ ਵਿੱਚ ਕੋਈ ਪ੍ਰੋਬਲਮ ਹੈ, ਕੋਈ ਪੋਲਿਪ ਹੈ, ਉਹ ਵੀ ਇਨਫਰਟੀਲਿਟੀ ਦਾ ਕਾਰਨ ਬਣਦਾ ਹੈ। ਫਿਰ ਸਰਵਾਈਕਲ ਫੈਕਟਰ ਹੁੰਦੇ। ਸਰਵਿਕਸ ਵਿੱਚ ਕੁਝ ਇਸ ਤਰ੍ਹਾਂ ਦੇ ਪਦਾਰਥ ਰਿਲੀਜ਼ ਹੁੰਦੇ ਹਨ ਜਿਹੜੇ ਕਿ ਸੀਮਨ ਵਿੱਚ ਸਪਰਮ ਨੂੰ ਉੱਪਰ ਜਾਣ ਹੀ ਨਹੀਂ ਦਿੰਦੇ, ਉਸ ਕਰਕੇ ਵੀ ਇਨਫਰਟੀਲਿਟੀ ਹੋ ਸਕਦੀ ਹੈ। ਸੋ ਇਹ ਜਿਹੜੇ ਜੋ ਪੋਜ਼ੀਟਿਵ ਫੈਕਟਰਸ ਹੈ, ਇਹ ਜਦੋਂ ਕਪਲ ਸਾਡੇ ਕੋਲ ਆਉਂਦਾ ਅਸੀਂ ਉਹਨਾਂ ਨੂੰ ਇਨਵੈਸਟੀਗੇਟ ਕਰਦੇ ਹਾਂ, ਹਿਸਟਰੀ ਲੈਂਦੇ ਹਾਂ, ਤਾਂ ਫਿਰ ਇਹਨਾਂ ਸਾਰੀਆਂ ਜੋ ਹਿਸਟਰੀ ਔਰ ਇਨਵੈਸਟੀਗੇਸ਼ਨਸ ਤੋਂ ਜੋ ਵੀ ਪ੍ਰੋਬਲਮ ਮਿਲਦੀਆਂ ਹਨ ਅਸੀਂ ਅਕੋਰਡਿੰਗਲੀ ਪੇਸ਼ੈਂਟ ਨੂੰ ਟ੍ਰੀਟਮੈਂਟ ਸਟਾਰਟ ਕਰਦੇ ਹਾਂ। ਜੀ, ਨੈਕਸਟ ਕੁਐਸਚਨ ਮੈਮ ਮੇਰਾ ਇਹ ਹੈ ਕਿ ਇੱਕ ਕਪਲ ਨੂੰ ਕਦੋਂ ਪਤਾ ਲੱਗੇਗਾ ਕਿ ਉਹਨੂੰ ਹੁਣ ਇਨਫਰਟੀਲਿਟੀ ਦੀ ਪ੍ਰੋਬਲਮ ਹੈ ਤੇ ਉਹਨੂੰ ਜਾਣਾ ਚਾਹੀਦਾ, ਇੱਕ ਡਾਕਟਰ ਕੋਲੇ ਵਿਜ਼ਿਟ ਕਰਨਾ ਚਾਹੀਦਾ ਹੈ, ਕਿ ਕਦੋਂ ਉਹਦਾ ਉਹ ਰੈੱਡ ਫਲੈਗ ਹੋਏਗਾ ਕਿ ਉਹਨੂੰ ਮਸਟ ਵਿਜ਼ਿਟ ਕਰਨਾ ਚਾਹੀਦਾ? ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ ਕੋਈ ਵੀ ਕਪਲ ਜਿਸ ਵਿੱਚ ਫੀਮੇਲ ਦੀ ਉਮਰ 30 ਸਾਲ ਤੋਂ ਘੱਟ ਹੈ ਤੇ ਉਹ 1 ਸਾਲ ਤੋਂ ਕਨਸੀਵ ਕਰਨ ਲਈ ਟਰਾਈ ਕਰ ਰਹੇ ਹਨ, ਬਟ ਉਹਨਾਂ ਨੂੰ ਪ੍ਰੈਗਨੈਂਸੀ ਨਹੀਂ ਹੋ ਰਹੀ, ਤਾਂ ਉਹਨਾਂ ਨੂੰ ਡਾਕਟਰ ਕੋਲ ਜਾਣਾ ਚਾਹੀਦਾ ਹੈ। ਅਗਰ ਫੀਮੇਲ ਦੀ ਉਮਰ 30 ਸਾਲ ਤੋਂ ਜ਼ਿਆਦਾ ਹੈ ਤਾਂ ਉਹਨਾਂ ਨੂੰ 6 ਮਹੀਨੇ ਕੰਟੀਨਿਊਸ ਐਫਰਟ ਤੋਂ ਬਾਅਦ ਵੀ ਪ੍ਰੈਗਨੈਂਸੀ ਅਚੀਵ ਨਹੀਂ ਹੋ ਰਹੀ, ਤਾਂ ਉਹਨਾਂ ਨੂੰ ਡਾਕਟਰ ਨੂੰ ਮਿਲਣਾ ਚਾਹੀਦਾ ਹੈ। ਜੀ, ਤੇ ਇਸ ਦੇ ਮੈਮ ਸੋਲਿਊਸ਼ਨਸ ਕੀ ਨੇ? ਦੇਖੋ, ਜੋ ਇਨਫਰਟੀਲਿਟੀ ਦਾ ਜੋ
ट्रीटमेंट है, दिस इज़ अ स्टेप वाइज ट्रीटमेंट, और हर कपल ਦੀ ਪ੍ਰੋਬਲਮ ਡਿਫਰੈਂਟ ਹੋ ਸਕਦੀ ਹੈ। ਸੋ ਵੀ ਕੈਨ ਨਾਟ ਸੇ ਕਿ ਇੱਕ ਸਟੈਂਡਰਡ ਟ੍ਰੀਟਮੈਂਟ ਅਸੀਂ ਹਰ ਕਪਲ ਨੂੰ ਅਪਲਾਈ ਕਰ ਸਕਦੇ ਹਾਂ। ਹਿਸਟਰੀ, ਐਗਜ਼ਾਮੀਨੇਸ਼ਨ ਐਂਡ ਇਨਵੈਸਟੀਗੇਸ਼ਨ ਤੋਂ ਸਾਨੂੰ ਪਤਾ ਚੱਲਦਾ ਕਿ ਉਸ ਕਪਲ ਵਿੱਚ ਕੀ ਕਾਰਨ ਹੈ ਕਿ ਪ੍ਰੈਗਨੈਂਸੀ ਨਹੀਂ ਹੋ ਰਹੀ। ਸੋ ਵੀ ਸਟਾਰਟ ਵਿਦ ਦ ਬੇਸਿਕ ਇਨਫਰਟਿਲਿਟੀ ਟ੍ਰੀਟਮੈਂਟ। ਬੇਸਿਕ ਇਨਫਰਟਿਲਿਟੀ ਟ੍ਰੀਟਮੈਂਟ ਵਿੱਚ ਕੀ ਹੁੰਦਾ, ਅਸੀਂ ਕੁਝ ਦਵਾਈਆਂ ਪੇਸ਼ੈਂਟ ਨੂੰ, ਫੀਮੇਲ ਨੂੰ ਦਿੰਦੇ ਹਾਂ ਐਗ ਬਣਾਉਣ ਦੀ। ਫਿਰ ਉਹ ਜੋ ਐਗ ਦੀ ਜੋ ਗਰੋਥ ਹੈ ਉਹ ਮੋਨੀਟਰ ਕਰਦੇ ਹਾਂ ਅਲਟਰਾਸਾਊਂਡ ਰਾਹੀਂ। ਫਿਰ ਦੇਖਦੇ ਹਾਂ ਕਿ ਐਗ ਰਪਚਰ ਹੋ ਰਿਹਾ ਕਿ ਨਹੀਂ ਹੋ ਰਿਹਾ। ਰਪਚਰ ਕਰਨ ਲਈ ਕੋਈ ਇੰਜੈਕਸ਼ਨ ਦੇਣ ਦੀ ਲੋੜ ਹੈ। ਰਪਚਰ ਹੋ ਗਿਆ ਤਾਂ ਉਹਨਾਂ ਨੂੰ ਟਾਈਮਡ ਇੰਟਰਕੋਰਸ ਲਈ ਬੋਲਦੇ ਹਾਂ, ਕਿਉਂਕਿ ਉਸ ਟਾਈਮ ਵਿੱਚ ਪ੍ਰੈਗਨੈਂਸੀ ਹੋਣ ਦੇ ਮੈਕਸਿਮਮ ਚਾਂਸਸ ਹੁੰਦੇ ਹਨ। ਤੇ ਫਿਰ ਉਹਨੂੰ ਫਿਰ ਮੋਨੀਟਰ ਕਰਦੇ ਹਾਂ ਕਿ ਜੇ ਪ੍ਰੈਗਨੈਂਸੀ ਹੁੰਦੀ ਹੈ ਤਾਂ ਅਕੋਰਡਿੰਗਲੀ ਐਜ਼ ਐਂਟੀਨੇਟਲ ਪੇਸ਼ੈਂਟ ਉਹਨੂੰ ਮੈਨੇਜ ਕਰਦੇ ਹਾਂ। ਜੇ ਪ੍ਰੈਗਨੈਂਸੀ ਨਹੀਂ ਹੁੰਦੀ ਦੈਨ ਵੀ ਗੋ ਟੂ ਫਰਦਰ ਸਟੈਪਸ। ਜੋ ਇਹ ਸਟੈਪ ਵਾਈਜ਼ ਟ੍ਰੀਟਮੈਂਟ ਹੈ, ਇਸ ਵਿੱਚ ਅਸੀਂ ਹਰ ਨੈਕਸਟ ਸਾਈਕਲ ਕੁਛ ਨਾ ਕੁਛ ਐਡ ਕਰਦੇ ਹਾਂ ਟੂ ਇੰਪਰੂਵ ਦ ਕੁਆਲਿਟੀ ਆਫ ਐਗ ਜਾਂ ਰਿਜ਼ਲਟਸ ਬੈਟਰ ਹੋਣ ਇਸ ਲਈ। ਔਰ ਜੇ ਕੋਈ ਟਿਊਬਲ ਬਲੋਕੇਜ ਹੈ ਤਾਂ ਉਸ ਕੇਸ ਵਿੱਚ ਟਿਊਬਲ ਬਲੋਕੇਜ ਦਾ ਕਾਰਨ ਲੱਭਦੇ ਹਾਂ। ਫਿਰ ਉਸ ਕੇਸ ਵਿੱਚ ਅਸੀਂ ਨੈਚੁਰਲ ਤਰੀਕੇ ਨਾਲ ਪ੍ਰੈਗਨੈਂਸੀ ਪਲਾਨ ਨਹੀਂ ਕਰ ਸਕਦੇ। ਉਸ ਕੇਸ ਵਿੱਚ ਪੇਸ਼ੈਂਟ ਨੂੰ IVF ਲਈ ਜਾਣਾ ਪੜੇਗਾ ਜਾਂ ਫਿਰ ਟਿਊਬੋਪਲਾਸਟੀ ਕਰਵਾ ਕੇ ट्यूब्स खुलवानियाँ पैंगी जिनके रिजल्ट्स बहुत पुअर ने। और अगर कोई यूट्रस कोई पॉलिप है या कोई होल ग्रोथ है वो निकालनी पएगी। या फिर कोई सर्वाइकल फैक्टर है, ਜਿਹੜੇ ਸਰਵਾਈਕਲ ਫੈਕਟਰ ਹੈਗੇ ਆ ਉਹ ਅਸੀਂ IUI ਪ੍ਰੋਸੀਜਰ ਹੁੰਦਾ ਇੰਟਰਾ ਯੂਟਰਨ ਇਨਸੈਮੀਨੇਸ਼ਨ, ਜਿਸ ਨਾਲ ਕਿ ਅਸੀਂ ਜੋ ਹਸਬੈਂਡ ਦਾ ਸੀਮਨ ਹੈ ਡਾਇਰੈਕਟਲੀ ਜੋ ਵਾਈਫ ਦੀ ਯੂਟਰਸ ਵਿੱਚ ਇਨਸੈਮੀਨੇਟ ਕਰ ਦਿੰਦੇ ਆ, ਜਿਸ ਨਾਲ ਕਿ ਪ੍ਰੈਗਨੈਂਸੀ ਦੇ ਚਾਂਸਸ ਵੱਧ ਸਕਦੇ ਹਨ। ਦਿਸ ਇਜ਼ ਅਬਾਊਟ ਦ ਬੇਸਿਕ ਅਸਿਸਟਿਡ ਰਿਪਰੋਡਕਟਿਵ ਟੈਕਨੀਕਸ। और फिर जो प्रॉब्लम ज़्यादा है ये सारियां सानू सक्सेस नहीं मिलती आफ्टर 3 to 6 months, then we advise patient for advanced reproductive techniques। मैम एडवांस रिप्रोडक्टिव टेक्निक्स की ਹੁੰਦੀਆਂ ਨੇ? जो एडवांस रिप्रोडक्टिव टेक्निक्स ਹੁੰਦੀਆਂ ਹਨ ਇਸ ਵਿੱਚ ਅਸੀਂ ਜੋ ਬੱਚਾ ਹੈ ਮਦਰ ਦੇ ਯੂਟਰਸ ਵਿੱਚ ਨਾ ਬਣਾ ਕੇ ਲੈਬ ਵਿੱਚ ਤਿਆਰ ਕਰਦੇ ਹਾਂ ਜੀ। ਜਦੋਂ ਸਾਨੂੰ ਬੇਸਿਕ ਰਿਪਰੋਡਕਟਿਵ ਟੈਕਨੀਕਸ ਤੋਂ ਸਕਸੈਸ ਨਹੀਂ ਮਿਲਦੀ ਜਾਂ ਕੋਈ ਇੰਡੀਕੇਸ਼ਨ ਇਸ ਤਰ੍ਹਾਂ ਦੀਆਂ ਹੁੰਦੀਆਂ ਜਿਸ ਵਿੱਚ ਡਾਇਰੈਕਟਲੀ ਅਸੀਂ ART ਕਰਨੀ ਹੁੰਦੀ ਹੈ ਤਾਂ ਅਸੀਂ IVF ਜਿਹਨੂੰ ਇਨ ਵਿਟਰੋ ਫਰਟੀਲਾਈਜੇਸ਼ਨ ਬੋਲਦੇ ਹਾਂ ਉਸ ਦੀ ਹੈਲਪ ਲੈਂਦੇ ਹਾਂ। ਉਸ ਵਿੱਚ ਕੀ ਕਰਦੇ ਹਾਂ ਕਿ ਮਦਰ ਦੇ ਬੋਡੀ ਵਿੱਚ ਓਵਰੀਜ਼ ਵਿੱਚ ਐਗ ਬਣਾ ਕੇ ਐਗਸ ਨੂੰ ਅਸੀਂ ਐਸਪੀਰੇਟ ਕਰਦੇ ਹਾਂ ਅਲਟਰਾਸਾਊਂਡ ਗਾਈਡਡ। ਉਹਨਾਂ ਨੂੰ ਜੋ ਲੈਬ ਦੇ ਵਿੱਚ ਹਸਬੈਂਡ ਦੇ ਸੀਮਨ ਨਾਲ ਇਨਕਿਊਬੇਟ ਕਰਕੇ ਐਂਬਰੀਓ ਬਣਦਾ ਹੈ ਅਤੇ ਜਿਹੜਾ ਉਹ ਐਂਬਰੀਓ ਬਣਦਾ ਉਹ ਅਸੀਂ ਮਦਰ ਦੇ ਯੂਟਰਸ ਵਿੱਚ ਟ੍ਰਾਂਸਫਰ ਕਰ ਦਿੰਦੇ ਹਾਂ। ਉਸ ਤੋਂ ਬਾਅਦ ਜੇ ਉਹ ਸਕਸੈਸ ਮਿਲਦੀ ਹੈ ਤਾਂ ਸਾਨੂੰ ਇੱਕ ਪ੍ਰੈਗਨੈਂਸੀ ਮਿਲਦੀ ਹੈ ਜਿਸ ਤੋਂ ਕਿ ਸਾਨੂੰ ਇੱਕ ਬੱਚਾ ਮਿਲਦਾ ਹੈ। ਦਿਸ ਇਜ਼ ਆਲ ਅਬਾਊਟ ਦ ਪ੍ਰੋਸੀਜਰ ਆਫ ART। ਜੀ ਮੈਮ ਡਿਟੇਲਸ ਦੇ ਵਿੱਚ ਦੱਸ ਸਕਦੇ ਹੋ ਕਿ ਇਹ ਪ੍ਰੋਪਰ ਪ੍ਰੋਸੀਜਰ ਕਿੱਦਾਂ ਹੁੰਦਾ ਹੈ ਐਡਵਾਂਸ ਟੈਕਨੀਕਸ ਦਾ? ਓਕੇ, ਜੋ IVF ਦਾ ਪ੍ਰੋਸੀਜਰ ਹੈ ਇਸ ਵਿੱਚ ਅਸੀਂ ਪਹਿਲੇ 12 ਤੋਂ 15 ਦਿਨ ਮਦਰ ਨੂੰ ਕੁਝ ਇੰਜੈਕਸ਼ਨਸ ਦਿੰਦੇ ਹਾਂ ਜੋ ਕਿ ਮਦਰ ਦੇ सबक्यूटेनियस इंजेक्शंस ਹੁੰਦੇ ਆ ਜੋ ਕਿ ਮਦਰ ਦੇ ਪੇਟ ਤੇ ਲੱਗਦੇ ਆ ਬਿਲਕੁਲ ਹੀ ਪਤਲੀ ਜੀ ਸਿਰਿੰਜ ਦੇ ਨਾਲ ਔਰ ਦੇ ਆਰ ਨਾਟ ਪੇਨਫੁਲ ਐਟ ਆਲ। ਤੋ ਉਹ ਇੰਜੈਕਸ਼ਨ ਜਿਹੜੇ ਹੈਗੇ ਉਹ ਐਗਸ ਬਣਾਉਣ 'ਚ ਹੈਲਪ ਕਰਦੇ ਹੈ ਤੇ ਨਾਲ ਹੀ ਅਸੀਂ ਅਲਟਰਾਸਾਊਂਡ ਰਾਹੀਂ ਉਹ ਜਿਹੜੇ ਐਗਸ ਦੀ ਗਰੋਥ ਹੈ ਉਹ ਮੋਨੀਟਰ ਕਰਦੇ ਹਾਂ। ਜਦੋਂ ਐਗਸ ਮੈਚਿਓਰ ਹੋ ਜਾਣ ਇੱਕ ਐਡਿਕੁਏਟ ਸਾਈਜ਼ ਤੇ ਪਹੁੰਚ ਜਾਣ ਤਾਂ ਇੱਕ ਬਹੁਤ ਹੀ ਛੋਟਾ ਜਿਹਾ ਪ੍ਰੋਸੀਜਰ ਜੋ ਕਿ ਐਨਸਥੀਸੀਆ ਦੇ ਅੰਡਰ ਹੁੰਦਾ ਤੇ ਅਲਟਰਾਸਾਊਂਡ ਗਾਈਡਡ ਹੁੰਦਾ ਉਸ ਨਾਲ ਅਸੀਂ ਜਿਹੜੇ ਐਗਸ ਹੈ ਐਸਪੀਰੇਟ ਕਰ ਲੈਂਦੇ ਹਾਂ ਜਿਸ ਨੂੰ ਕਿ ਓਵਮ ਪਿਕਅਪ ਬੋਲਦੇ ਹਾਂ। ਔਰ ਜਦੋਂ ਓਵਮ ਪਿਕਅਪ ਕਰ ਲੈਂਦੇ ਹਾਂ ਤਾਂ ਅਸੀਂ ਲੈਬ ਵਿੱਚ ਜਿਹੜੇ ਉਹ ਐਗਸ ਅਸੀਂ ਲਏ ਹੁੰਦੇ ਆ ਉਹਨਾਂ ਨੂੰ ਹਸਬੈਂਡ ਦੇ ਸੀਮਨ ਦੇ ਨਾਲ ਇਨਕਿਊਬੇਟ ਕਰਦੇ ਹਾਂ। ਹੁਣ ਇਸ ਵਿੱਚ ਵੀ ਦੋ ਟੈਕਨੀਕਸ ਹੈਗੀਆਂ, ਜਾਂ ਤਾਂ ਅਸੀਂ ਡਾਇਰੈਕਟ ਸੀਮਨ ਦੇ ਨਾਲ ਵਾਸ਼ ਸੀਮਨ ਦੇ ਨਾਲ ਉਹਨੂੰ ਇਨਕਿਊਬੇਟ ਕਰ ਦਈਏ। ਦੂਸਰਾ ਇੱਕ ਐਡਵਾਂਸ ਟੈਕਨੀਕ ਹੈ ਜਿਸ ਨੂੰ ਕਿ ICSI ਬੋਲਦੇ ਹਾਂ। ICSI ਦੇ ਵਿੱਚ ਅਸੀਂ ਕੀ ਕਰਦੇ ਹਾਂ ਮਦਰ ਦੇ ਐਗ ਜਿਹੜੇ ਅਸੀਂ ਲੈਂਦੇ ਹਾਂ ਉਹਨਾਂ ਵਿੱਚੋਂ ਇੱਕ ਸਪਰਮ ਲੈ ਕੇ ਉਹਨੂੰ ਇੰਜੈਕਟ ਕਰ ਦਿੰਦੇ ਹਾਂ। ਇਹ ਉਹਨਾਂ ਕੇਸਿਸ ਵਿੱਚ ਕਰਦੇ ਹਾਂ ਜਦੋਂ ਸਪਰਮ ਕੁਆਲਿਟੀ ਪੂਅਰ ਹੁੰਦੀ ਹੈ, ਸਾਡੇ ਕੋਲ ਕਾਊਂਟ ਘੱਟ ਹੁੰਦਾ ਜਾਂ ਕੋਈ ਹੋਰ ਇੰਡੀਕੇਸ਼ਨ ਵੀ ਹੋ ਸਕਦੀਆਂ ਹਨ ਤੇ ਇਸ ਦੇ ਨਾਲ ਜਿਹੜੇ ਹੈ ਸਾਡੇ ਕੋਲ ਅੱਛੇ ਐਂਬਰੀਓ ਬਣਨ ਦੇ ਚਾਂਸਸ ਜਿਹੜੇ ਹੈਗੇ ਉਹ ਵੱਧ ਜਾਂਦੇ ਹਨ। ਫਿਰ ਡਿਪੈਂਡਿੰਗ ਅਪੋਨ ਕਿ ਪੇਸ਼ੈਂਟ ਦੀ ਕੀ ਰਿਕੁਆਇਰਮੈਂਟ ਹੈ ਅਸੀਂ 3 ਜਾਂ 5 ਡੇਜ਼ ਤੱਕ ਉਹਨਾਂ ਐਂਬਰੀਓਜ਼ ਨੂੰ ਕਲਚਰ ਕਰਦੇ ਹਾਂ ਤੇ ਫਿਰ 3rd ਜਾਂ 5th ਡੇ ਉਹ ਜਿਹੜੇ ਐਂਬਰੀਓਜ਼ ਬਣੇ ਹੁੰਦੇ ਆ ਉਹਨਾਂ ਨੂੰ ਮਦਰ ਦੇ ਯੂਟਰਸ ਵਿੱਚ
ਟ੍ਰਾਂਸਫਰ ਕਰ ਦਿੰਦੇ ਹਾਂ ਉਹ ਬੜਾ ਹੀ ਮਾਈਨਰ ਪ੍ਰੋਸੀਜਰ ਹੁੰਦਾ, ਉਸ ਵਿੱਚ ਕੋਈ ਪੇਨ ਨਹੀਂ ਹੁੰਦਾ, ਕੋਈ ਐਨਸਥੀਸੀਆ ਨਹੀਂ ਦੇਣਾ ਪੈਂਦਾ, ਬਟ ਇਟ ਇਜ਼ ਅਲਟਰਾਸਾਊਂਡ ਗਾਈਡਡ। ਔਰ ਐਮਬ੍ਰਿਓ ਟ੍ਰਾਂਸਫਰ ਤੋਂ ਬਾਅਦ ਅਸੀਂ ਮਦਰ ਨੂੰ ਕੁਝ ਦਵਾਈਆਂ ਪਾ ਕੇ ਅਸੀਂ 15 ਤੋਂ 20 ਦਿਨਾਂ ਲਈ ਘਰ ਭੇਜ ਦਿੰਦੇ ਹਾਂ। ਤੇ ਫਿਰ ਡਿਪੈਂਡਿੰਗ ਕਿ ਉਹਦਾ UPT ਪੋਜ਼ਿਟਿਵ ਆਉਂਦਾ ਹੈ ਜਾਂ ਫਿਰ ਉਹਨੂੰ ਬਲੀਡਿੰਗ ਹੋ ਜਾਂਦੀ ਹੈ। ਅਨਫੋਰਚੂਨੇਟਲੀ ਜੇ UPT ਪੋਜ਼ਿਟਿਵ ਆਉਂਦਾ ਤਾਂ ਉਹ ਐਂਟੀਨੇਟਲ ਪੇਸ਼ੈਂਟ ਬਣ ਜਾਂਦਾ ਹੈ, ਉਹਨੂੰ ਅੱਗੇ ਕੰਟੀਨਿਊ ਕਰਦੇ ਹਾਂ। ਬਟ ਅਗਰ ਅਨਫੋਰਚੂਨੇਟਲੀ UPT ਪੋਜ਼ਿਟਿਵ ਨਹੀਂ ਆਉਂਦਾ, ਸ਼ੀ ਬਲੀਡਸ, ਦੈਨ ਵੀ ਪ੍ਰੀਪੇਅਰ ਫॉर ਨੈਕਸਟ ਸਾਈਕਲ। ਮੈਮ ਐਮਬ੍ਰਿਓ ਟ੍ਰਾਂਸਫਰ ਤੋਂ ਬਾਅਦ ਕੋਈ ਸਪੈਸ਼ਲ ਪ੍ਰੀਕਾਸ਼ਨ ਲੈਣ ਦੀ ਲੋੜ ਹੈ? ਦੇਖੋ ਐਮਬ੍ਰਿਓ ਟ੍ਰਾਂਸਫਰ ਤੋਂ ਬਾਅਦ ਅਸੀਂ ਫॉर 24 to 48 ਆਵਰਸ ਪੇਸ਼ੈਂਟ ਨੂੰ ਥੋੜ੍ਹਾ ਜਿਹਾ ਕੌਸ਼ੀਅਸ ਰਹਿਣ ਲਈ ਕਹਿੰਦੇ ਹਾਂ। ਉਸ ਤੋਂ ਬਾਅਦ ਉਹ ਆਪਣਾ ਰੂਟੀਨ ਜਿਹੜਾ ਕੰਮ ਹੈ ਉਹ ਕੰਟੀਨਿਊ ਕਰ ਸਕਦੇ ਹੈ। ਬਟ ਥੋੜ੍ਹਾ ਇਹ ਹੁੰਦਾ ਕਿ ਭਾਰੀ ਕੰਮ ਤੋਂ ਪਰਹੇਜ਼ ਕਰੋ ਔਰ ਅਦਰਵਾਈਜ਼ ਜੋ ਆਪਣਾ ਰੂਟੀਨ ਰੈਗੂਲਰ ਐਕਟੀਵਿਟੀਜ਼ ਹੈ ਉਹ ਉੱਦਾਂ ਹੀ ਕੰਟੀਨਿਊ ਕਰ ਸਕਦੇ ਹਾਂ। ਅੱਜ ਦੀ ਇਸ ਵੀਡੀਓ ਤੋਂ ਮੈਂ ਆਸ਼ਾ ਕਰਦੀ ਹਾਂ ਕਿ IVF ਬਾਰੇ ਤੁਹਾਡੀਆਂ ਕਾਫੀ ਕੁਐਸਚਨਸ ਕੁਐਰੀਜ਼ ਹੱਲ ਹੋਈਆਂ ਹੋਣਗੀਆਂ ਤੇ ਫਿਊਚਰ ਵਿੱਚ ਵੀ ਇੱਦਾਂ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ। ਥੈਂਕ ਯੂ।